इस मुल्क ਦੇ ਵਿੱਚ ਇਸ ਸਮੇਂ ਕੋਈ ਵੀ ਓਪੋਜੀਸ਼ਨ ਨਾ ਦੀ ਪਾਰਟੀ ਨਹੀਂ ਹੈਗੀ। ਉਹਨਾਂ ਨੂੰ ਲੱਗਦਾ ਕਿ ਮੈਂ ਜੋ ਕੁਝ ਵੀ ਕਰਾਂਗਾ ਡਿਕਟੇਟਰਸ਼ਿਪ ਕਰਾਂਗਾ ਉਹਦੇ ਵਿੱਚ ਕੋਈ ਆਵਾਜ਼ ਉਠਾਉਣ ਵਾਲੀ ਪਾਰਟੀ ਨਹੀਂ ਰਹੀ ਹਿੰਦੁਸਤਾਨ ਦੇ ਵਿੱਚ। ਐਸਾ ਲੱਗ ਰਿਹਾ ਸੀ ਜਿਸ ਨਾਲ ਕਿ ਅੰਗਰੇਜ਼ੀ ਰਾਜ ਆ ਗਿਆ। ट्रेनों की लाइनों से आके मर गए, रस्ते एक्सीडेंट ना मर गए, जख्मी हो गए, भुख ना मर गए, मगर किसी ने आवाज़ नहीं उठाई। मोदी साहब लगे मैं जो भी कराँगा मेरे खिलाफ कोई बोलेगा नहीं। सारे विचोलिए प्रॉफिट लै जाएंगे, सारे जो दलाल किस्म के बंदे वही प्रॉफिट लै जाएंगे। छोटे किसानों के हक च कानून नहीं गा खुली बहस करन। वो कोर्ट च जा नहीं सकता, जुडिशियल कोर्ट च नहीं जा सकता, SDM को जाएगा। SDM ਦੇ ਵਿੱਚ 99% ਜਿਹੜੀ ਹੈ ਉਹ ਪੋਲੀਟੀਕਲ ਇਨਫਲੂਐਂਸ ਚੱਲਦਾ ਹੈ। ਉੱਥੇ ਕੋਈ ਇਨਸਾਫ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਮੋਦੀ ਸਾਹਿਬ ਨੇ ਸਾਰੀਆਂ ਏਜੰਸੀਆਂ ਨੂੰ ਆਪਣੇ ਅੰਡਰ ਰੱਖਿਆ, ਚਾਹੇ CBI ਹੋ ਜਾਏ, ਚਾਹੇ ਇਲੈਕਸ਼ਨ ਕਮਿਸ਼ਨ ਹੋ ਜਾਏ, ਚਾਹੇ ED ਹੋ ਜਾਏ। ਕੈਪਟਨ ਸਾਹਿਬ ਮਗਰਮੱਛ ਦੇ ਆਂਸੂ ਬਹਾ ਰਹੇ ਨੇ ਕਿਉਂਕਿ ਬਿਲਸ ਦੇ ਉੱਤੇ ਜਦੋਂ ਬਿੱਲ ਆਰਡੀਨੈਂਸ ਆਇਆ ਸੀਗਾ ਉਦੋਂ ਕੈਪਟਨ ਸਾਹਿਬ ਨੇ ਮੀਟਿੰਗ ਅਟੈਂਡ ਕੀਤੀ ਸੀਗੀ ਅਤੇ ਉਦੋਂ ਤੇ ਉਹਨਾਂ ਨੇ ਕੋਈ ਪ੍ਰੋਟੈਸਟ ਨਹੀਂ ਕੀਤਾ, ਅੰਡਰ ਪ੍ਰੋਟੈਸਟ ਕੁਝ ਲਿਖਿਆ ਨਹੀਂ ਨੋਟ। ਹੁਣ ਜਦੋਂ ਉਹਨਾਂ ਨੂੰ ਲੱਗਿਆ ਕਿ ਕਿਸਾਨਾਂ ਨੇ ਸਾਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਇਲੈਕਸ਼ਨਾਂ 2022 ਦੇ ਵਿੱਚ, ਇਹ ਸਿਰਫ ਮਗਰਮੱਛ ਦੇ ਆਂਸੂ ਬਹਾ ਰਹੇ ਨੇ। ਇਹ ਹਮੇਸ਼ਾ ਰਾਜ ਦੇ ਵਿੱਚ ਜਦੋਂ ਵੀ ਆਇਆ ਗਦਾਰੀ ਕਰਕੇ ਆਏ ਪੰਜਾਬ ਦੇ ਲੋਕਾਂ ਦੇ ਨਾਲ। ਯਾਨੀ ਕਿ ਸਾਨੂੰ ਤੇ ਨਲਾਇਕ ਸਿਆਸਤਦਾਨਾਂ ਨੇ ਜਾਂ ਜਿਹੜੇ ਗਦਾਰ ਸਿਆਸਤਦਾਨਾਂ ਨੇ ਸਾਨੂੰ ਤੇ ਸਾਡੇ ਪੰਜਾਬ ਨੂੰ ਤੇ ਗਰੀਬ ਕਰ ਦਿੱਤਾ। ਉਦੋਂ ਅਰਵਿੰਦ ਕੇਜਰੀਵਾਲ ਵੀ ਵਿਰੋਧ ਕਰਦੇ ਹੁੰਦੇ ਸੀ ਕਿ ਪਰਾਲੀ ਸਾੜਨਾ ਜਿਹੜਾ ਸਹੀ ਨਹੀਂ ਹੈ, ਪਰ ਅੱਜ ਤੁਸੀਂ ਕਹਿ ਰਹੇ ਹੋ ਕਿ ਮੋਦੀ ਦਾ ਬਿਆਨ ਚੱਲਦਾ ਹੈ। ਸਟੇਟ ਨੂੰ ਕੀ ਹੈ, ਸਟੇਟ ਇੰਨਾ ਖਰਚਾ ਕਰ ਰਹੀ ਹੈ, ਇੱਕ ਲੀਡਰ ਦੇ ਪਿੱਛੇ 40 ਬਾਡੀਗਾਰਡ ਨੂੰ ਦਿੱਤੇ ਹੋਏ ਆ, 10 ਗੱਡੀਆਂ ਜਾ ਰਹੀਆਂ। ਅਰੇ ਸਟੇਟ ਦਾ ਖਰਚਾ ਤੇ ਇਹ ਖੁਦ ਕਰੀ ਜਾ ਰਿਹਾ। ਅੱਧੀ ਪੁਲਿਸ ਨੂੰ ਆਪਣੇ ਘਰ ਰੱਖਿਆ ਹੋਇਆ ਇਹਨਾਂ ਨੇ ਸਿਕਿਉਰਿਟੀ ਵਾਸਤੇ। ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ, ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਆਮ ਪਾਰਟੀ ਵੱਲੋਂ ਵੀ ਉਹਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ। ਸਾਡੇ ਨਾਲ ਆਮ ਪਾਰਟੀ ਦੇ ਨੁਮਾਇੰਦੇ ਨੇ, ਗੱਲਬਾਤ ਚੱਲ ਰਹੀ ਨੇ ਉਹਨਾਂ ਨਾਲ। ਪਹਿਲਾਂ ਤਾਂ ਜੀ ਆਇਆਂ ਨੂੰ ਜੀ ਚੈਨਲ ਪੰਜਾਬ ਦੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸੇਠੀ ਸਾਹਿਬ, ਕਿਸਾਨ ਪਿਛਲੇ ਬਹੁਤ ਲੰਬੇ ਸਮੇਂ ਤੋਂ ਅੰਦੋਲਨ ਚੱਲ ਰਹੇ ਨੇ। ਮੋਦੀ ਸਾਹਿਬ ਦੇ ਜਿਹੜੀ ਹੈ ਰਵੱਈਆ ਜਿਹੜਾ ਚੇਂਜ ਨਹੀਂ ਹੋ ਰਿਹਾ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਆਮ ਪਾਰਟੀ ਦੀ ਅਗਵਾਈ ਕਰ ਰਹੇ ਹੋ ਅੱਜ। ਸਾਡੇ ਹਿੰਦੁਸਤਾਨ ਦੀ ਬਦਕਿਸਮਤੀ ਹੈ ਕਿ ਇਸ ਮੁਲਕ ਦੇ ਵਿੱਚ ਇਸ ਸਮੇਂ ਕੋਈ ਵੀ ਓਪੋਜੀਸ਼ਨ ਨਾ ਦੀ ਪਾਰਟੀ ਨਹੀਂ ਹੈਗੀ। ਮੋਦੀ ਸਾਹਿਬ ਆਪਣੇ ਆਪ ਨੂੰ ਪੋਲੀਟੀਕਲੀ ਤੌਰ 'ਤੇ ਸਟਰੋਂਗ ਸਮਝਦੇ ਨੇ। ਉਹਨਾਂ ਨੂੰ ਲੱਗਦਾ ਕਿ ਮੈਂ ਜੋ ਕੁਝ ਵੀ ਕਰਾਂਗਾ ਡਿਕਟੇਟਰਸ਼ਿਪ ਕਰਾਂਗਾ ਉਹਦੇ ਵਿੱਚ ਕੋਈ ਆਵਾਜ਼ ਉਠਾਉਣ ਵਾਲੀ ਪਾਰਟੀ ਨਹੀਂ ਰਹੀ ਹਿੰਦੁਸਤਾਨ ਦੇ ਵਿੱਚ। ਦੇਖੋ ਉਹਨਾਂ ਨੇ ਇਸ ਤੋਂ ਪਹਿਲਾਂ ਵੀ ਜਿੰਨੀਆਂ ਵੀ ਤੁਸੀਂ ਦੇਖੋ ਜਿੰਨੇ ਵੀ ਉਹਨਾਂ ਨੇ ਕਾਨੂੰਨ ਬਣਾਏ ਨੇ ਹਰ ਵਾਰੀ ਪ੍ਰੋਟੈਸਟ ਹੋਇਆ, ਚਾਹੇ ਮੁਸਲਮਾਨਾਂ ਨੇ ਕੀਤਾ ਜਾਂ ਅਲੱਗ-ਅਲੱਗ ਕਲਾਸਾਂ ਨੇ ਕੀਤਾ। ਤੁਸੀਂ ਲੋਕਡਾਊਨ ਦੇ ਵਿੱਚ ਦੇਖਿਆ ਹੋਏਗਾ ਕਿ ਲੱਖਾਂ ਲੋਕ ਜਿਹੜੇ ਨੇ ਪੈਦਲ ਹਜ਼ਾਰ ਕਿਲੋਮੀਟਰ ਪੈਦਲ ਤੁਰੇ, ਮਗਰ ਇਸ ਦੇਸ਼ ਦੇ ਵਿੱਚ ਕਿਸੇ ਨੇ ਆਵਾਜ਼ ਨਹੀਂ ਉਠਾਈ। ਐਸਾ ਲੱਗ ਰਿਹਾ ਸੀ ਜਿਸ ਨਾਲ ਕਿ ਅੰਗਰੇਜ਼ੀ ਰਾਜ ਆ ਗਿਆ ਕਿ ਉਹ ਵਿੱਚੋਂ ਤੁਸੀਂ ਰਸਤੇ 'ਚ ਦੇਖੋ ਕਿੰਨੀਆਂ ਮੌਤਾਂ ਹੋਈਆਂ। ਜਿਹੜੇ ਮਜ਼ਦੂਰ ਲੋਕ ਸੀਗੇ ਟ੍ਰੇਨਾਂ ਦੀ ਲਾਈਨਾਂ 'ਤੇ ਆ ਕੇ ਮਰ ਗਏ, ਰਸਤੇ 'ਚ ਐਕਸੀਡੈਂਟ ਨਾ ਮਰ ਗਏ, ਜ਼ਖਮੀ ਹੋ ਗਏ, ਭੁੱਖ ਨਾ ਮਰ ਗਏ, ਮਗਰ ਕਿਸੇ ਨੇ ਆਵਾਜ਼ ਨਹੀਂ ਉਠਾਈ। ਮੋਦੀ ਸਾਹਿਬ ਨੂੰ ਲੱਗਿਆ ਮੈਂ ਜੋ ਵੀ ਕਰਾਂਗਾ ਮੇਰੇ ਖਿਲਾਫ ਕੋਈ ਬੋਲੇਗਾ ਨਹੀਂ। ਔਰ ਜਦੋਂ ਕਿਸਾਨਾਂ ਦਾ ਜਿਹੜਾ ਆਰਡੀਨੈਂਸ ਆਇਆ ਪਹਿਲੇ ਦਿਨ ਤੋਂ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਸੀਗੇ ਉਹ ਸ਼ੁਰੂ ਤੋਂ ਹੀ ਕਹਿ ਰਹੇ ਸੀ ਕਿ ਇਹ ਜਿਹੜੇ ਕਾਲੇ ਬਿੱਲ ਦੀ ਤਿਆਰੀ ਕਰ ਰਹੇ ਆ ਕਿਸਾਨਾਂ ਦੇ ਖਿਲਾਫ ਨੇ। ਅਸੀਂ ਜੂਨ ਦੇ ਮਹੀਨੇ ਤੋਂ ਪ੍ਰੋਟੈਸਟ ਕਰ ਰਹੇ ਹਾਂ ਜੀ, ਜਦੋਂ ਆਰਡੀਨੈਂਸ ਆਇਆ, ਜਦੋਂ ਬਿੱਲ ਬਣਿਆ ਵੀ ਨਹੀਂ ਸੀਗੇ। ਹੁਣ ਤੇ ਬਿੱਲ ਜਿਹੜੇ ਉਹਨਾਂ ਨੇ ਧੱਕੇ ਨਾਲ ਜਿਹੜੇ ਪਾਸ ਕਰਾਏ ਨੇ, ਇੱਕ ਇਹੀ ਹੁੰਦਾ ਕਿ ਕਿਸਾਨ ਪ੍ਰੋਟੈਸਟ ਕਰ ਰਹੇ, ਕਿਸਾਨਾਂ ਨੂੰ ਖੁੱਲ੍ਹੇ ਤੌਰ 'ਤੇ ਖੁੱਲ੍ਹੇ ਦਿਮਾਗ ਦੇ ਨਾਲ ਉਹ ਮੌਕਾ ਦੇਣ, ਬਹਿਸ ਕਰਨ, ਕਿਸਾਨਾਂ ਨੂੰ ਬਿਠਾਉਣ, ਦੱਸਣ ਕਿ ਕਿਸਾਨਾਂ ਨੂੰ ਕਿ ਤੁਹਾਡੇ ਹੱਕ ਦੇ ਵਿੱਚ ਬਿੱਲ ਲੱਗਿਆ, ਸਾਨੂੰ ਖੁੱਲ੍ਹੀ ਬਹਿਸ ਦਾ ਮੌਕਾ ਦੇਣ। ਅਸੀਂ ਇਹਨਾਂ ਨੂੰ ਦੱਸਾਂਗੇ ਕਿ ਬਿੱਲ ਜਿਹੜੇ ਕਿਸਾਨਾਂ ਦੇ ਹੱਕ 'ਚ ਨਹੀਂ ਹੈ, ਟੋਟਲੀ ਕਾਰਪੋਰੇਟ ਦੇ ਹੱਕ ਦੇ ਵਿੱਚ ਹੈ। ਦੇਖੋ ਬਿੱਲ ਪਾਸ ਕਰ ਦਿੱਤਾ, ਛੋਟੇ ਕਿਸਾਨ 2-3 ਕਿੱਲੇ ਵਾਲਾ ਕਿਸ ਤਰ੍ਹਾਂ ਜਾ ਕੇ ਕਾਰਪੋਰੇਟ ਦੇ ਨਾਲ ਐਗਰੀਮੈਂਟ ਕਰੇਗਾ? ਫਿਰ ਵਿਚੋਲੀ ਆ ਜਾਣਗੇ। ਜਿਸ ਤਰ੍ਹਾਂ ਇਹ 1.5 ਰੁਪਏ ਆਲੂ ਵੇਚਦੇ ਆ ਮੰਡੀ ਦੇ ਵਿੱਚ, ਬਾਅਦ 'ਚ ਜਾ ਕੇ 50 ਰੁਪਏ ਦਾ ਜਿਹੜੇ ਲੋਕ ਖਰੀਦਦੇ ਆ ਕਿਲੋ ਦੇ ਹਿਸਾਬ ਨਾਲ, ਤੇ ਸਾਰੇ ਵਿਚੋਲੀਏ ਪ੍ਰੋਫਿਟ ਲੈ ਜਾਣਗੇ। ਸਾਰੇ ਜਿਹੜੇ ਦਲਾਲ ਕਿਸਮ ਦੇ ਬੰਦੇ ਆ ਉਹੀ ਪ੍ਰੋਫਿਟ ਲੈ ਜਾਣਗੇ। ਛੋਟੇ ਕਿਸਾਨਾਂ ਦੇ ਹੱਕ 'ਚ ਕਾਨੂੰਨ ਨਹੀਂ ਗਾ ਖੁੱਲੀ ਬਹਿਸ ਕਰਨ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਇਹਨਾਂ ਨੇ ਬਣਾਇਆ ਜੁਡੀਸ਼ਰੀ ਨੂੰ ਬਿਲਕੁਲ ਬਾਤ ਕਰਤਾ। ਅਗਰ ਕਿਸਾਨ ਦੇ ਨਾਲ ਕੋਈ ਧੋਖਾ ਕਰਦਾ ਹੈ ਕਾਰਪੋਰੇਟ ਸੈਕਟਰ, ਉਹ ਕੋਰਟ 'ਚ ਜਾ ਹੀ ਨਹੀਂ ਸਕਦਾ, ਜੁਡੀਸ਼ੀਅਲ ਕੋਰਟ 'ਚ ਨਹੀਂ ਜਾ ਸਕਦਾ, SDM ਕੋਲ ਜਾਏਗਾ। SDM ਦੇ ਵਿੱਚ 99% ਜਿਹੜੀ ਹੈ ਉਹ ਪੋਲੀਟੀਕਲ ਇਨਫਲੂਐਂਸ ਚੱਲਦਾ ਹੈ। ਉੱਥੇ ਕੋਈ ਇਨਸਾਫ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਔਰ ਦੂਸਰੀ MSC ਕੋਈ ਨਹੀਂ, ਡੇਟ ਫਿਕਸ ਨਹੀਂ ਕਰਦਾ। ਜਦੋਂ ਬਲੈਕ ਮਾਰਕਿੰਗ ਕਰਨੀ, ਅਗਰ ਕਾਰਪੋਰੇਟ ਸੈਕਟਰ ਵਾਲੇ ਨੇ ਆਪਸ ਦੇ ਵਿੱਚ ਸੰਧੀ ਕਰ ਲਈ, ਆਪਣੇ ਤੌਰ 'ਤੇ ਇੱਕ ਆਪਣਾ ਸੰਧੀ ਕਰਕੇ ਇੱਕੋ ਰੇਟ ਫਿਕਸ ਕਰ ਦਿੱਤਾ, ਤੇ ਕਿਸਾਨ ਕਿੱਥੇ ਜਾਏਗਾ? ਫਿਰ ਮੰਡੀਆਂ 'ਚ ਕਿੱਥੋਂ ਵੇਚੂਗਾ ਸਮਾਨ? ਜੇ ਗੱਲ ਕੀਤੀ ਜਾਵੇ, ਕੈਪਟਨ ਸਰਕਾਰ ਰਾਸ਼ਟਰਪਤੀ ਨੂੰ ਮਿਲਣ ਜਾਂਦੀ ਹੈ, ਰਾਸ਼ਟਰਪਤੀ ਵੀ ਮਿਲਣ ਦਾ ਟਾਈਮ ਨਹੀਂ ਦਿੱਤਾ ਜਾਂਦਾ। ਉਸ ਤੋਂ ਬਾਅਦ ਜੰਤਰ ਮੰਤਰ 'ਤੇ ਧਰਨਾ ਦਿੱਤਾ ਜਾ ਰਿਹਾ ਹੈ। ਕੀ ਸਮਝਦੇ ਹੋ ਜੇ ਕੈਪਟਨ ਸਰਕਾਰ ਨੂੰ ਵੀ ਕਿਉਂ ਨਹੀਂ ਰਾਸ਼ਟਰਪਤੀ ਮਿਲੇ? ਦੇਖੋ ਇਹ ਕਿਸਾਨਾਂ ਦਾ ਮਸਲਾ ਨਾ, ਮੈਂ ਤਾਂ ਕਹੂੰਗਾ ਵੈਸੇ ਤਾਂ ਕਿਸਾਨਾਂ ਨੇ ਬੜਾ ਅੱਛਾ ਕੀਤਾ, ਕਿਸੇ ਪੋਲੀਟੀਕਲ ਪਾਰਟੀ ਨੂੰ ਇੰਟਰਫੇਰੈਂਸ ਨਹੀਂ ਕਰਨ ਦਿੱਤੀ ਆਪਣੀ ਮੋਰਚੇ ਦੇ ਵਿੱਚ, ਮਗਰ ਸਾਰੀ ਪੋਲੀਟੀਕਲ ਪਾਰਟੀਜ਼ ਨੂੰ ਖੜੇ ਹੋਣਾ ਚਾਹੀਦਾ। ਪੰਜਾਬ ਦਾ ਮਸਲਾ ਨਹੀਂ ਹੈ, ਇਸ ਲਈ ਹੁਣ ਮਸਲਾ ਹਿੰਦੁਸਤਾਨ ਦਾ ਬਣ ਗਿਆ। ਸਾਰੇ ਦੇਸ਼ ਦੇ ਜਿਹੜੇ ਵੀ ਆਪਣੇ ਨੂੰ ਕਿਸਾਨੀ ਨੇਤਾ ਕਹਿੰਦੇ ਨੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ। ਮਗਰ ਰਾਸ਼ਟਰਪਤੀ ਕਿਉਂਕਿ ਉਹ
ਟੋਟਲੀ ਇਨਫਲੂਐਂਸ ਬੰਦੇ ਨੇ ਮੋਦੀ ਸਾਹਿਬ ਦੇ ਇਸ਼ਾਰੇ ਤੇ ਚੱਲਣ ਵਾਲੇ। ਮੋਦੀ ਸਾਹਿਬ ਨੇ ਸਾਰੀਆਂ ਏਜੰਸੀਆਂ ਨੂੰ ਆਪਣੇ ਅੰਡਰ ਰੱਖਿਆ, ਚਾਹੇ CBI ਹੋ ਜਾਏ, ਚਾਹੇ ਇਲੈਕਸ਼ਨ ਕਮਿਸ਼ਨ ਹੋ ਜਾਏ, ਚਾਹੇ ED ਹੋ ਜਾਏ, ਇਹ ਸਾਰੇ ਇਹਨੂੰ ਦੇ ਇਸ਼ਾਰੇ ਤੇ ਚੱਲਦੇ ਆ। ਕਿਸੇ ਦਾ ਕੋਈ ਇੰਡੀਪੈਂਡੈਂਟ ਤੌਰ ਤੇ ਇਨਕੁਆਇਰੀ ਨਹੀਂ ਕਰ ਸਕਦੀ, ਅੱਜ CBI ਵੀ ਨਹੀਂ ਕਰ ਸਕਦੀ, ਠੀਕ ਹੈ ਨਾ। ਇਸ ਕਾਰਨ ਐਸਾ ਹੀ ਮਹਿਸੂਸ ਹੋ ਰਿਹਾ ਕਿ ਜਿਵੇਂ ਰਾਸ਼ਟਰਪਤੀ ਨੇ ਬਿਲਕੁਲ ਅਵੋਇਡ ਕਰਤਾ। ਬੜਾ ਵੱਡਾ ਮਸਲਾ ਹੈ, ਪੰਜਾਬ ਦਾ ਮਸਲਾ ਨਹੀਂ ਰਿਹਾ, ਹਿੰਦੁਸਤਾਨ ਦਾ ਮਸਲਾ ਹੈ। ਚਾਹੇ ਕੈਪਟਨ ਸਾਹਿਬ ਮਗਰਮੱਛ ਦੇ ਆਂਸੂ ਬਹਾ ਰਹੇ ਨੇ, ਕਿਉਂਕਿ ਬਿਲਸ ਦੇ ਉੱਤੇ ਜਦੋਂ ਬਿੱਲ ਆਰਡੀਨੈਂਸ ਆਇਆ ਸੀਗਾ ਉਦੋਂ ਕੈਪਟਨ ਸਾਹਿਬ ਨੇ ਮੀਟਿੰਗ ਅਟੈਂਡ ਕੀਤੀ ਸੀਗੀ, ਤੇ ਉਦੋਂ ਤੇ ਉਹਨਾਂ ਨੇ ਕੋਈ ਪ੍ਰੋਟੈਸਟ ਨਹੀਂ ਕੀਤਾ, ਅੰਡਰ ਪ੍ਰੋਟੈਸਟ ਕੁਝ ਲਿਖਿਆ ਨਹੀਂ ਨੋਟ ਕਿ ਮੈਂ ਪ੍ਰੋਟੈਸਟ ਕਰਦਾ ਕਿ ਜਿਹੜੇ ਸਾਡੇ ਜਿਹੜੇ ਜੇ ਕਿਸਾਨ ਹੈ ਇਹਨਾਂ ਦੇ ਖਿਲਾਫ ਹੈ ਬਿੱਲ, ਠੀਕ ਹੈ ਨਾ। ਉਦੋਂ ਪ੍ਰੋਟੈਸਟ ਕਿਉਂ ਨਹੀਂ ਕੀਤਾ? ਉਦੋਂ ਸਾਇਲੈਂਟ ਫੀਚਰ ਰਹੇ। ਜਦੋਂ ਉਹਨਾਂ ਨੇ ਦੇਖਿਆ ਕਿ ਅਕਾਲੀ ਦਲ ਨੇ ਵੀ ਉਦੋਂ ਜਾ ਕੇ ਬਿੱਲ ਤੇ ਸਿਗਨੇਚਰ ਵੀ ਕਰਤੇ, ਪਾਸ ਵੀ ਕਰਾ ਲਿਆ ਪਾਰਲੀਮੈਂਟ 'ਚੋਂ, ਮੈਂਬਰ ਜਿੰਨੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਸਾਰਿਆਂ ਨੇ ਉੱਥੇ ਹਾਜ਼ਰੀ ਭਰੀ। ਹੁਣ ਜਦੋਂ ਉਹਨਾਂ ਨੂੰ ਲੱਗਿਆ ਕਿ ਕਿਸਾਨਾਂ ਨੇ ਸਾਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਇਲੈਕਸ਼ਨਾਂ ਦੇ 2022 ਦੇ ਵਿੱਚ, ਇਹ ਸਿਰਫ ਮਗਰਮੱਛ ਦੇ ਆਂਸੂ ਬਹਾ ਰਹੇ ਨੇ। ਔਰ ਮਗਰ ਸਾਨੂੰ ਸਾਰੀ ਪਾਰਟੀਬਾਜ਼ੀ ਤੋਂ ਉੱਠ ਕੇ ਕਿਸਾਨਾਂ ਦੇ ਵਿੱਚ ਸਿਰਫ ਕਿਸਾਨਾਂ ਦੀ ਲੜਾਈ ਲੜਨੀ ਚਾਹੀਦੀ ਹੈ, ਕੋਈ ਨਿੱਜੀ ਫਾਇਦਾ ਵਾਸਤੇ ਨਹੀਂ ਆਉਣਾ ਚਾਹੀਦਾ ਇਸ ਲੜਾਈ ਦੇ ਵਿੱਚ। ਜਿੱਥੇ ਗੱਲ ਕੀਤੀ ਜਾ ਰਹੀ ਹੈ ਕਿ ਵਿਧਾਇਕ ਸਾਰੇ ਦਿੱਲੀ ਪਹੁੰਚੇ ਸੀ, ਤੁਹਾਡੀ ਪਾਰਟੀ ਦਾ ਕੋਈ ਵਿਧਾਇਕ ਕਿਉਂ ਨਹੀਂ ਦੇਖੋ, ਸਾਨੂੰ ਕਾਂਗਰਸ ਤੇ ਯਕੀਨ ਨਹੀਂ ਹੈ ਜੀ। ਕਾਂਗਰਸ ਤੇ ਅਕਾਲੀ ਦਲ ਦੀ ਇੱਕੋ ਡਿਊਟੀ ਲੱਗੀ ਹੈ ਕਿ ਕਿਸਾਨਾਂ ਦੇ ਮੋਰਚੇ ਨੂੰ ਤਾਰ-ਪੀੜੋ ਕੀਤਾ ਜਾਵੇ, ਸਿੱਧੇ ਤੌਰ ਤੇ ਡਿਊਟੀ ਲੱਗੀ, ਕਿਉਂਕਿ ਕਿਸਾਨ ਯੂਨੀਅਨਾਂ ਦੇ ਵਿੱਚ ਉਹਨਾਂ ਦੇ ਬੜੇ ਲੀਡਰ ਜਿਹੜੇ ਆ ਪਲਾਂਟਿਡ ਹੈਗੇ ਨੇ। ਔਰ ਖੁਸ਼ੀ ਦੀ ਗੱਲ ਹੈ ਕਿ ਕਿਸਾਨ ਯੂਨੀਅਨ ਨੇ ਬੜੀ ਠੋਕ ਕੇ ਕਿਹਾ ਕਿ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਇੰਟਰਫੇਰੈਂਸ ਨਹੀਂ ਕਰਾਂਗੇ, ਜਦਕਿ ਦੋਨੋਂ ਪਾਰਟੀਆਂ ਦੀ ਡਿਊਟੀ ਲੱਗੀ ਹੋਈ ਹੈ ਕਿ ਕਿਸਾਨਾਂ ਦੇ ਮੋਰਚੇ ਨੂੰ ਤਾਰ-ਪੀੜੋ ਕੀਤਾ ਜਾਵੇ। ਅੱਜ ਉਹਨਾਂ ਨੇ ਸਾਨੂੰ ਬੇਸ਼ੱਕ ਕਿਹਾ ਨਾ ਕਿ ਪੋਲੀਟੀਕਲ ਪਾਰਟੀ ਨੂੰ ਨਹੀਂ ਹਟਾ, ਬਿਲਕੁਲ ਸਹੀ ਫੈਸਲਾ ਉਹਨਾਂ ਦਾ। ਅਸੀਂ ਉਹਨਾਂ ਦੇ ਫੈਸਲੇ ਤੇ ਉਹਨਾਂ ਨੂੰ ਸਲਾਮ ਕਰਦੇ ਹਾਂ ਕਿ ਕਿਸੇ ਪੋਲੀਟੀਕਲ ਪਾਰਟੀ, ਕਿਉਂਕਿ ਉਹਨਾਂ ਦੇ ਕਿਸਾਨ ਯੂਨੀਅਨ ਦੇ ਵਿੱਚ ਹੀ ਕਾਂਗਰਸੀ ਅਤੇ ਅਕਾਲੀ ਦੇ ਜਿਹੜੇ ਪਲਾਂਟਿਡ ਲੀਡਰ ਹੈ ਉਹ ਬੈਠੇ ਹੋਏ ਆ। ਬੜਾ ਅੱਛਾ ਕੀਤਾ ਉਹਨਾਂ ਨੇ, ਸਾਰਿਆਂ ਨੂੰ ਬਾਹਰ ਕਰ ਦਿੱਤਾ। ਪਰ ਕਿ ਜਾਪਦਾ ਨਹੀਂ ਕਿ ਜਿਹੜੇ ਮਸਲੇ ਨੇ ਪੋਲੀਟੀਕਲ ਪਾਰਟੀਆਂ ਹੀ ਹੱਲ ਕਰ ਸਕਦੀਆਂ ਨੇ, ਕਿਉਂਕਿ ਜਿਹੜੀ ਬੈਠਕ ਹੋਏਗੀ ਆਫਟਰ ਆਲ ਪੋਲੀਟੀਕਲ ਮਸਲਿਆਂ ਦੇ ਵਿੱਚ ਹੀ ਹੱਲ ਹੋਣੇ ਨੇ। ਤੇ ਜੇ ਕਿਸਾਨ ਨਹੀਂ ਚਾਹੁੰਦੇ ਫਿਰ ਵੀ ਪੋਲੀਟੀਕਲ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਦੇਣੀ ਹੀ ਪੈਣੀ ਹੈ। ਪਰ ਤੁਹਾਡੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਉਹ ਵਿਰੋਧ ਕਰ ਰਹੇ ਨੇ, ਕੈਪਟਨ ਦਾ ਵੀ ਔਰ ਸਾਰੀਆਂ ਪਾਰਟੀਆਂ ਦਾ। ਪਰ ਮਸਲਾ ਹੱਲ ਕਿਵੇਂ ਹੋਏਗਾ? ਦੇਖੋ, ਬਦਕਿਸਮਤੀ ਪੰਜਾਬ ਦੀ ਹੈ ਜਨਾਬ। ਦੇਖੋ ਕਿ ਅੱਜ ਤੋਂ ਅਗਰ ਅਸੀਂ 25-30 ਸਾਲ ਪਹਿਲੇ ਚਲੇ ਜਾਈਏ ਤੇ ਪੰਜਾਬ ਹਿੰਦੁਸਤਾਨ ਦਾ ਸਭ ਤੋਂ ਅਮੀਰ ਸੂਬਾ ਹੁੰਦਾ ਸੀਗਾ, ਔਰ ਇੱਥੋਂ ਦੀ ਪਰ ਕੈਪੀਟਲ ਇਨਕਮ ਸਭ ਤੋਂ ਜ਼ਿਆਦਾ ਹੁੰਦੀ ਸੀਗੀ, ਇੱਥੋਂ ਦਾ ਕਿਸਾਨ ਸਭ ਤੋਂ ਪ੍ਰੋਸਪਰਸ ਸੀਗਾ। ਔਰ ਜਿਹੜੇ ਨੇਤਾ ਲੋਕ ਨੇ ਜਿਹੜੇ ਪੰਜਾਬ ਦੇ, ਜਿਹੜੇ ਕਿ ਮੈਂ ਅਕਾਲੀ ਦਲ ਅਤੇ ਕਾਂਗਰਸ ਜਿਹੜੇ ਕੈਪਟਨ ਸਾਹਿਬ ਹੋ ਜਾਣ, ਚਾਹੇ ਬਾਦਲ ਸਾਹਿਬ ਹੋ ਜਾਣ, ਇਹ ਹਮੇਸ਼ਾ ਰਾਜ ਦੇ ਵਿੱਚ ਜਦੋਂ ਵੀ ਆਇਆ ਗਦਾਰੀ ਕਰਕੇ ਆਏ ਪੰਜਾਬ ਦੇ ਲੋਕਾਂ ਦੇ ਨਾਲ। ਪੰਜਾਬ ਦੇ ਕਿਸਾਨ ਇਹਨਾਂ 'ਤੇ ਕਿਸ ਤਰ੍ਹਾਂ ਯਕੀਨ ਕਰ ਲੈਣ ਕਿ ਪੰਜਾਬ ਦਾ ਨਹਿਰੀ ਪਾਣੀ ਨਹੀਂ ਇਹਨਾਂ ਨੇ ਖੋਇਆ? ਕੋਈ ਬੋਲਿਆ ਨਹਿਰੀ ਪਾਣੀ ਰਾਜਸਥਾਨ ਵੱਲ ਨਹਿਰਾਂ ਜਾ ਰਹੀਆਂ, ਕਿਤੋਂ ਜਾ ਰਹੀਆਂ, ਇਹਨਾਂ ਨੇ ਕਦੀ ਉਹਦੇ ਬਦਲੇ ਕੋਈ ਕਲੇਮ ਕੀਤਾ? ਪਾਣੀ ਦੇ ਬਦਲੇ ਬਿਜਲੀ, ਜਿਹੜੇ ਅਸੀਂ 4 ਸਟੇਟਾਂ ਨੂੰ ਪਹਿਲੇ ਬਿਜਲੀ ਦਿੰਦੇ ਸੀਗੇ ਭਾਖੜਾ ਤੋਂ, ਅੱਜ ਅਸੀਂ ਸਭ ਤੋਂ ਮਹਿੰਗੀ ਬਿਜਲੀ ਦੇ ਰਹੇ ਹਾਂ। ਔਰ ਨਾਲ ਦੇ ਜਿਹੜੇ ਸਟੇਟਸ ਹੈ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਚੰਡੀਗੜ੍ਹ, ਇਹ ਸਾਡੇ ਤੋਂ 1/3 ਰੇਟ ਤੇ ਬਿਜਲੀ ਵੇਚ ਰਹੇ ਆ ਕੰਜ਼ਿਊਮਰ ਨੂੰ। ਅਸੀਂ 10-10 ਰੁਪਏ ਬਿਜਲੀ ਖਰੀਦ ਰਹੇ ਹਾਂ। ਯਾਨੀ ਕਿ ਸਾਨੂੰ ਤੇ ਨਲਾਇਕ ਸਿਆਸਤਦਾਨਾਂ ਨੇ, ਜਿਹੜੇ ਗਦਾਰ ਸਿਆਸਤਦਾਨਾਂ ਨੇ, ਸਾਨੂੰ ਤੇ ਸਾਡੇ ਪੰਜਾਬ ਨੂੰ ਤੇ ਗਰੀਬ ਕਰ ਦਿੱਤਾ। ਅਸੀਂ ਇਹਨਾਂ 'ਤੇ ਕਿਸ ਤਰ੍ਹਾਂ ਯਕੀਨ ਕਰਾਂਗੇ? ਨਵੀਂ ਪਾਰਟੀ ਦੀ ਜ਼ਰੂਰਤ ਇਸੇ ਕਾਰਨ ਪਈ ਹੈ, ਨਹੀਂ ਤੇ ਪਹਿਲੇ ਆਲਰੇਡੀ 3 ਪਾਰਟੀਆਂ ਤੇ ਕੰਮ ਕਰ ਰਹੀਆਂ ਸੀਗੀਆਂ। ਅਸੀਂ ਨਵੀਂ ਸੋਚ ਨਾਲ ਆਏ ਹਾਂ, ਅਸੀਂ ਸਿਆਸਤ ਕਰਨ ਨਹੀਂ ਆਏ। ਅਰਵਿੰਦ ਜੀ ਕਹਿ ਰਹੇ ਕਿ ਅਸੀਂ ਇਹਨਾਂ ਨੂੰ ਸਿਆਸਤ ਸਿਖਾਉਣ ਆਏ ਹਾਂ, ਸਿਆਸਤ ਕਿੱਦਾਂ ਕਰੀਦੀ ਹੈ। ਅਸੀਂ ਦਿੱਲੀ ਦੇ ਵਿੱਚ ਦੇ ਰਹੇ ਨਾ ਨਵਾਂ ਪ੍ਰੋਜੈਕਟ ਦੇ ਵਿੱਚ ਸਾਡੀ ਇੱਕ ਸੋਚ ਲੈ ਕੇ ਚੱਲੇ ਹਾਂ ਕਿ ਅਸੀਂ ਲੋਕਾਂ ਨੂੰ 1 ਰੁਪਏ ਤੱਕ ਯੂਨਿਟ ਬਿਜਲੀ ਦਈਏ। ਅਸੀਂ ਕਾਮਯਾਬ ਹੋਈਏ ਜਾਂ ਨਾ ਹੋਈਏ, ਮਗਰ ਅਸੀਂ ਇੱਕ ਸੋਚ ਲੈ ਕੇ ਚੱਲਦੇ ਹਾਂ। ਸਾਡੀ ਨੀਅਤ ਅਤੇ ਨੀਤੀ ਦੇ ਵਿੱਚ ਕੋਈ ਖਰਾਬੀ ਨਹੀਂ ਹੈ। ਸਿਰ ਸਾਹਿਬ, ਜੇ ਗੱਲ ਕੀਤੀ ਜਾਵੇ ਪਰਾਲੀ ਸਾੜਨ ਦਾ ਵੀ ਜਿਹੜਾ ਜੁਰਮਾਨਾ ਲਾਤਾ ਕਰੋੜ ਰੁਪਈਆ ਮੋਦੀ ਸਰਕਾਰ ਨੇ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਤੁਹਾਡੀ ਪਾਰਟੀ ਕਿਵੇਂ ਦੇਖਦੀ ਹੈ? ਦੇਖੋ, ਮੈਂ ਕਿਹਾ ਇੰਨਾ ਹਾਰਡ ਐਂਡ ਫਾਸਟ ਰੂਲ ਨਹੀਂ ਕਰਨਾ ਚਾਹੀਦਾ। ਸਰਕਾਰ ਆਪਣੀ ਜ਼ਿੰਮੇਵਾਰੀ ਤਾਂ ਕਿਉਂ ਭੱਜਦੀ ਹੈ? ਕਿਸਾਨਾਂ ਨੂੰ ਅਗਰ ਉਹ ਫੈਸਿਲਿਟੀ ਪ੍ਰੋਵਾਈਡ ਕਰ ਦੇਣ, ਕਿਸਾਨਾਂ ਨੂੰ ਸਾੜਨ ਦੀ ਜ਼ਰੂਰਤ ਹੀ ਨਹੀਂ ਹੈ। ਕਿਸਾਨਾਂ ਨੂੰ ਕੋਈ ਫੈਸਿਲਿਟੀ ਤਾਂ ਪ੍ਰੋਵਾਈਡ ਕਰਨ ਨਾ। ਹੁਣ ਦਿੱਲੀ ਦੇ ਵਿੱਚ ਉਹਨਾਂ ਨੇ ਸਪਰੇਅ ਕਰਕੇ ਸਾਰਾ ਉਹਨੂੰ ਖਾਦ ਬਣਾ ਲਿਆ ਜਾਂ ਕੁਝ ਕੀਤਾ, ਇਹੋ ਜਿਹੀ ਫੈਸਿਲਿਟੀ ਕਿਉਂ ਨਹੀਂ ਪ੍ਰੋਵਾਈਡ ਕਰਦੇ? ਇੱਥੇ ਵਹੀਕਲ ਜਿਹੜਾ ਖੁਦ ਹੀ ਇਹਨਾਂ ਨੂੰ ਸਾੜਨ ਦੀ ਜ਼ਰੂਰਤ ਹੀ ਨਾ ਪਏ। ਗਵਰਨਮੈਂਟ ਦੇਖੋ, ਗਵਰਨਮੈਂਟ ਦੀ ਡਿਊਟੀ ਪਤਾ ਕੀ ਬਣਦੀ ਹੈ? ਆਪਣੇ ਲੋਕਾਂ ਦੀ ਸੇਵਾ ਕਰਨਾ। ਅਗਰ ਅਸੀਂ ਇਹਨਾਂ ਨੂੰ ਸਟੋਰੇਜ ਫ੍ਰੀ ਦੇ ਦਈਏ, ਆਪਣੇ ਸਮਾਨ ਨੂੰ ਸਟੋਰ ਕਰ ਲੈਣ, ਆਪਣੇ ਸਮਾਨ ਨੂੰ ਜਿਸ ਭਾਵਾਂ 'ਚ ਮੰਡੀ 'ਚ ਚਾਹੁੰਦਾ ਨਾ ਵੇਚਣ, ਆਪਣੀ ਮਰਜ਼ੀ ਦੇ ਭਾਵਾਂ 'ਚ। ਇਹ ਕਹਿੰਦੇ ਜਿੱਥੇ ਮਰਜ਼ੀ ਵੇਚ ਸਕਦੇ। ਮੈਂ ਕਹਿੰਦਾ ਜਦੋਂ ਮਰਜ਼ੀ ਵੇਚਣ ਦਾ ਵੀ ਇਹਨਾਂ ਨੂੰ ਰਾਈਟ ਦਿਓ, ਕਿਉਂਕਿ ਇਹਨਾਂ ਦਾ ਕੀ ਹੁੰਦਾ, ਜਦੋਂ ਝੋਨੇ ਦਾ ਸੀਜ਼ਨ ਆਉਂਦਾ ਤੇ ਇਹ ਇਹਨਾਂ ਕੋਲੋਂ 1200 1300 ਰੁਪਏ ਚੁੱਕ ਲੈਂਦੇ ਆ। ਬਾਅਦ 'ਚ ਉਹੀ 2 ਮਹੀਨਿਆਂ ਬਾਅਦ ਹੀ 2300 2400 ਰੁਪਏ ਡਬਲ ਰੇਟ ਹੋ ਜਾਂਦਾ। ਯਾਨੀ ਕਿ ਅਸੀਂ ਕਿਸਾਨਾਂ ਬਾਰੇ ਕੋਈ ਵੀ ਨਹੀਂ ਸੋਚ ਰਿਹਾ, ਕੋਈ ਪਾਰਟੀ ਨਹੀਂ ਸੋਚ ਰਹੀ। ਔਰ ਜਦੋਂ ਮੋਦੀ ਸਾਹਿਬ ਜਦੋਂ ਜਿੱਤ ਕੇ ਆਏ ਸੀ ਨਾ, ਜਦੋਂ ਜਿੱਤਣ ਤੋਂ ਪਹਿਲਾਂ ਇਲੈਕਸ਼ਨਾਂ ਦੇ ਵਿੱਚ ਆਪਣੇ ਮੈਨੀਫੈਸਟੋ ਵਿੱਚ ਕਹਿ ਰਹੇ ਸੀ ਕਿ ਅਸੀਂ ਸਵਾਮੀਨਾਥਨ ਦੀ ਰਿਪੋਰਟ ਜਾਰੀ ਕਰਾਂਗੇ, ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਿਕ ਕਿਸਾਨਾਂ ਨੂੰ ਅਮੀਰ ਕਰਾਂਗੇ ਹਿੰਦੁਸਤਾਨ ਦੇ। ਮਗਰ ਮੋਦੀ ਸਾਹਿਬ ਨੇ ਸਾਫ਼ ਮੁਲਕ ਦੇ ਨਾਲ ਅਤੇ ਆਪਣੇ ਜਿਹੜੇ ਕਿਸਾਨ ਹੈ ਉਹਨਾਂ ਨਾਲ ਗਦਾਰੀ ਕੀਤੀ ਹੈ। ਤੁਸੀਂ ਅੱਜ ਕਹਿ ਰਹੇ ਹੋ ਕਿ ਪਰਾਲੀ ਸਾੜਨ ਦਾ ਜਿਹੜਾ ਮੋਦੀ ਦਾ ਬਿਆਨ ਆ ਉਹ ਚੱਲਦਾ, ਪਰ ਅਰਵਿੰਦ ਕੇਜਰੀਵਾਲ ਹੀ ਆਂਦਾ ਹੁੰਦਾ ਸੀ ਕਿ ਦਿੱਲੀ ਪੰਜਾਬ ਦਾ ਧੂੰਆਂ ਜਿਹੜਾ ਦਿੱਲੀ ਨੂੰ ਆਉਂਦਾ ਹੈ, ਉਦੋਂ ਅਰਵਿੰਦ ਕੇਜਰੀਵਾਲ ਵੀ ਵਿਰੋਧ ਕਰਦੇ ਹੁੰਦੇ ਸੀ ਕਿ ਪਰਾਲੀ ਸਾੜਨ ਦਾ ਜਿਹੜਾ ਸਹੀ ਨਹੀਂ ਹੈ। ਪਰ ਅੱਜ ਤੁਸੀਂ ਕਹਿ ਰਹੇ ਹੋ ਕਿ ਮੋਦੀ ਦਾ ਬਿਆਨ ਚੱਲਦਾ ਹੈ। ਬਿਲਕੁਲ ਨਹੀਂ। ਦੇਖੋ, ਜਦੋਂ ਅਸੀਂ ਕੰਪਰੋਮਾਈਜ਼ ਕਰਨਾ ਹੈਲਥ ਦੇ ਨਾਲ,
ਫਿਰ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ। ਉਹਨੂੰ ਕਿਸਾਨ ਨੂੰ ਅਸੀਂ ਫੈਸਿਲਿਟੀ ਤੇ ਪ੍ਰੋਵਾਈਡ ਕਰ ਸਕਦੇ ਹਾਂ ਨਾ। ਸਟੇਟ ਕੀ ਹੈ, ਇਹਨਾਂ ਦੀ ਮਸ਼ੀਨਰੀ ਜਿਸ ਤਰ੍ਹਾਂ ਛੋਟੀਆਂ ਮਸ਼ੀਨਾਂ ਚੱਲੀਆਂ ਨੇ ਜਿਹੜਾ ਕਿ ਇਹਨੂੰ ਝੋਨੇ ਨੂੰ ਉਹਦੇ ਥੱਲੇ ਸਭ ਕੁਝ ਆਪਣੇ ਆਪ ਹੀ ਸਮੇਟ ਪੈਕ ਕਰ ਲੈਂਦਾ ਹੈ। ਸਟੇਟ ਨੂੰ ਕੀ ਹੈ, ਸਟੇਟ ਇੰਨਾ ਖਰਚਾ ਕਰ ਰਹੀ ਹੈ, ਇੱਕ ਲੀਡਰ ਦੇ ਪਿੱਛੇ 40 ਬਾਡੀਗਾਰਡ ਉਹਨੂੰ ਦਿੱਤੇ ਹੋਏ ਆ, 10 ਗੱਡੀਆਂ ਜਾ ਰਹੀਆਂ। ਅਰੇ ਸਟੇਟ ਦਾ ਖਰਚਾ ਤੇ ਇਹ ਖੁਦ ਕਰੀ ਜਾ ਰਿਹਾ ਹੈ। ਅੱਧੀ ਪੁਲਿਸ ਨੂੰ ਆਪਣੇ ਘਰ ਰੱਖਿਆ ਹੋਇਆ ਇਹਨਾਂ ਨੇ ਸਿਕਿਉਰਿਟੀ ਵਾਸਤੇ। ਤੁਸੀਂ ਦੇਖੋ ਲਾ ਐਂਡ ਆਰਡਰ ਵੀ ਬੇਕਾਰ ਕਰ ਦਿੱਤਾ। ਹੁਣ ਖਰਚਾ ਕਰਨ ਲੱਗਿਆ ਸਟੇਟ ਕਿਉਂ ਨਹੀਂ ਫੈਸਿਲਿਟੀ ਦੇ ਸਕਦੀ? ਜ਼ਰੂਰ ਕਰਨਾ ਚਾਹੀਦਾ। ਹੈਲਥ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈ। ਅਗਰ ਉਹਨੂੰ ਧੂਏ ਦੇ ਨਾਲ ਅਗਰ ਕਿਸੇ ਦੀ ਸਿਹਤ ਖਰਾਬ ਅਸੀਂ ਕਿਉਂ ਕਰੀਏ? ਅਗਰ ਕਿਸੇ ਨੂੰ ਸਾਹ ਦੀ ਬਿਮਾਰੀ ਹੈ ਜਾਂ ਉਹਨੂੰ ਪ੍ਰੋਬਲਮ ਆ ਰਹੀ ਲੰਗਸ ਦੀ ਪ੍ਰੋਬਲਮ ਆ ਰਹੀ ਕਿਉਂ ਕਰੀਏ? ਅਸੀਂ ਸਟੇਟ ਆਪਣੀ ਡਿਊਟੀ ਕਿਉਂ ਨਹੀਂ ਸਮਝਦਾ? ਅਸੀਂ ਕਿਸਾਨਾਂ ਨੂੰ ਫੈਸਿਲਿਟੀ ਕਿਉਂ ਨਹੀਂ ਪ੍ਰੋਵਾਈਡ ਕਰਦੇ ਮੌਕੇ ਤੇ? ਕਿਉਂ ਉਹ ਉਸੇ ਚੀਜ਼ ਨੂੰ ਆਪਣੀ ਖਾਦ 'ਚ ਕਨਵਰਟ ਕਰ ਲੈਣ ਜਾਂ ਕੀਮਤੀ ਬਣਾ ਲੈਣ ਉਸੇ ਚੀਜ਼ ਨੂੰ ਆਪਣੇ। ਸਾਹਿਬ ਤੁਸੀਂ ਐਡਵੋਕੇਟ ਵੀ ਹੋ, ਧਰਨਾ ਜਿਹੜਾ ਪ੍ਰਦਰਸ਼ਨ ਆ ਕਿਸਾਨ ਜਥੇਬੰਦੀਆਂ ਵੱਲੋਂ 2 ਮਹੀਨੇ ਦੇ ਕਰੀਬ ਹੋ ਚੱਲ ਰਿਹਾ ਕਿ ਜਾਪਦਾ ਕਿ ਧਰਨਿਆਂ ਨਾਲ ਮਸਲਾ ਹੱਲ ਹੋ ਜਾਏਗਾ, ਕਿਉਂਕਿ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਜੀ। ਦੇਖੋ ਇਹ ਤੇ ਬੜਾ ਰਿਜਿਡ ਬਿਹੇਵੀਅਰ ਬਣਾਇਆ ਹੈ ਸਰਕਾਰਾਂ ਨੇ। ਸਰਕਾਰਾਂ ਨੂੰ ਬੈਠ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਗੱਲਬਾਤ ਨਾਲ ਹਰ ਮਸਲੇ ਹੱਲ ਹੋ ਜਾਂਦੇ। ਕਿੰਨੀਆਂ ਜੰਗਾਂ ਹੁੰਦੀਆਂ ਬਾਹਰਲੇ ਮੁਲਕਾਂ ਨਾਲ, ਪਾਕਿਸਤਾਨ ਨਾਲ ਸਾਡੀ ਜੰਗ ਹੋਈ, ਕੀ ਅਸੀਂ ਉਹਨਾਂ ਨਾਲ ਬਾਅਦ 'ਚ ਸੰਧੀਆਂ ਨਹੀਂ ਹੋਈਆਂ ਸਾਡੀਆਂ? ਤੇ ਇਹ ਕਿਹੜਾ ਮਸਲਾ ਹੈ? ਆਪਣੇ ਦੇਸ਼ ਦੇ ਲੋਕਾਂ ਨਾਲ ਹੈ। ਆਪਣੇ ਦੇਸ਼ ਦੇ ਵਿੱਚ ਲੋਕ ਕਿਸਾਨ ਜਿਹੜਾ ਦੁਖੀ ਹੈ ਕਿਉਂ ਨਹੀਂ ਸੁਣਦੇ? ਕਿ ਜਦੋਂ ਮੋਦੀ ਸਾਹਿਬ ਨੇ ਸਰਕਾਰ ਆਪਣੀ ਪਹਿਲੀ ਵਾਰ ਬਣਾਉਣੀ ਸੀ ਤੇ ਕਿਸਾਨ ਤੋਂ ਇਲਾਵਾ ਕੁਝ ਬੋਲਦੇ ਨਹੀਂ ਸੀਗੇ। ਉਦੋਂ ਮਹਾਰਾਸ਼ਟਰ 'ਚ ਪਹਿਲੇ ਵੀ ਸੁਸਾਈਡ ਕਰ ਰਹੇ ਸੀਗੇ, ਤਮਿਲਨਾਡੂ 'ਚ ਕਰ ਰਹੇ ਸੀ, ਬਾਹਰਲੀ ਸਟੇਟਾਂ 'ਚ ਇੰਨੀ ਵੱਡੀ ਪੱਧਰ ਤੇ ਸੁਸਾਈਡ ਹੋ ਰਹੀ ਹੈ। ਸਿਰਫ ਪੰਜਾਬ 'ਚ ਨਹੀਂ ਹੋ ਰਹੀ, ਬਾਹਰਲੀ ਸਟੇਟਾਂ 'ਚ ਵੀ ਹੋ ਰਹੀ ਹੈ। ਜਦੋਂ ਤੁਸੀਂ ਲੋਕਾਂ ਨਾਲ ਵਾਅਦਾ ਕਰਕੇ ਆਏ ਸੀ ਸਵਾਮੀਨਾਥਨ ਦੀ ਰਿਪੋਰਟ ਜਾਰੀ ਕਰਾਵਾਂਗੇ ਤੇ ਕਰ ਦਿਓ ਬਾਈ। ਕਿਸਾਨ ਨੂੰ ਕੀ ਫਰਕ ਪੈਂਦਾ? ਜਿਹੜਾ 1.5 ਰੁਪਏ ਦਾ ਉਹ ਆਲੂ ਵੇਚ ਰਿਹਾ ਉਹ 2.5 ਰੁਪਏ ਵੇਚ ਲਏਗਾ, ਫਿਰ ਵੀ ਮਾਰਕੀਟ 'ਚ ਫਿਰ 40 ਰੁਪਏ ਵਿਕਦਾ ਪਿਆ। ਉਹਨਾਂ ਨੂੰ ਥੋੜਾ ਪ੍ਰੋਫਿਟ ਦੇਣ 'ਚ ਸਰਕਾਰਾਂ ਨੂੰ ਕੀ ਇਤਰਾਜ਼ ਹੈ? ਆਮ ਆਦਮੀ ਪਾਰਟੀ ਦਾ ਕੀ ਸਟੈਂਡ ਰਹੇਗਾ? ਕਿਉਂਕਿ ਰਵੱਈਆ ਜਿਹੜਾ ਮੋਦੀ ਦਾ ਉਹ ਤਾਂ ਉਸ ਤਰ੍ਹਾਂ ਹੀ ਹੈ। ਕੀ ਸਟੈਂਡ ਰਹੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਪਾਰਟੀ ਦਾ? ਦੇਖੋ ਅਸੀਂ ਤੇ ਕਿਸਾਨ ਯੂਨੀਅਨ ਦੇ ਨਾਲ ਖੜੇ ਹਾਂ ਜੀ। ਜੋ ਜਿਸ ਤਰ੍ਹਾਂ ਇਹ ਫੈਸਲੇ ਲੈਣਗੇ ਅਸੀਂ ਉਹਨਾਂ ਦੇ ਨਾਲ ਖੜੇ ਰਵਾਂਗੇ, ਕਿਉਂਕਿ ਉਹਨਾਂ ਨੇ ਪੋਲੀਟੀਕਲ ਪਾਰਟੀ ਦੀ ਇੰਟਰਫੇਰੈਂਸ ਨੂੰ ਮਨਾ ਕੀਤਾ। ਇਹਦੇ ਬਾਵਜੂਦ ਅਸੀਂ ਆਪਣੇ ਲੀਗਲ ਐਕਸਪਰਟਸ ਅਤੇ ਦੂਜਾ ਇੱਕ ਤਰੀਕਾ ਜ਼ਰੂਰ ਸੋਚਾਂਗੇ ਕਿ ਕੋਰਟ ਦੇ ਦਰਵਾਜ਼ਾ ਖੜਕਾਇਆ ਜਾਵੇ, ਸੁਪਰੀਮ ਕੋਰਟ ਦੇ ਵਿੱਚ ਜਾਇਆ ਜਾਵੇ, ਕੋਈ ਰਿਟ ਪਟੀਸ਼ਨ ਫਾਈਲ ਕੀਤੀ ਜਾਵੇ। ਅਸੀਂ ਆਖਰੀ ਦਮ ਤੱਕ ਲੜਾਂਗੇ। ਸਾਨੂੰ ਪਤਾ ਸਾਨੂੰ ਇਨਸਾਫ ਸ਼ਾਇਦ ਸੁਪਰੀਮ ਕੋਰਟ 'ਚ ਵੀ ਨਾ ਮਿਲੇ, ਮਗਰ ਅਸੀਂ ਲੜਾਂਗੇ ਆਖਰੀ ਦਮ ਤੱਕ। ਔਰ ਇਹ ਮਜਬੂਰ ਕਰ ਦਾਂਗੇ ਗਾਂਧੀ ਜੀ ਨੂੰ, ਮੋਦੀ ਜੀ ਨੂੰ ਕਿ ਉਹ ਇਹ ਅਮੈਂਡਮੈਂਟਸ ਇਮੀਡੀਏਟਲੀ ਆਪਣੇ ਬਿੱਲ ਦੇ ਵਿੱਚ ਅਮੈਂਡਮੈਂਟਸ ਕਰਨ। ਮਿਹਰਬਾਨੀ। ਅਸੀਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਜਿਨ੍ਹਾਂ ਨੇ ਅੱਜ ਕਿਸਾਨਾਂ ਦੇ ਨਾਲ ਸਮਰਥਨ ਦਿੰਦੇ ਆਇਆ ਉਹਨਾਂ ਦਾ ਰੋਡ ਜਾਮ ਦੇ ਵਿੱਚ ਸਮਰਥਨ ਦਿੱਤਾ। ਉੱਥੇ ਹੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਵੱਲੋਂ ਹੋਰ ਵੀ ਇਸ ਤਰ੍ਹਾਂ ਦੇ ਜਿਹੜਾ ਸੰਘਰਸ਼ ਕੀਤਾ ਜਾਏਗਾ। ਅੰਮ੍ਰਿਤਸਰ ਤੋਂ ਚੈਨਲ ਪੰਜਾਬ ਦੇ ਲਈ ਧਰਮਵੀਰ ਜਲਾਲੀ ਦੀ ਖਾਸ ਰਿਪੋਰਟ।